बिल्कुल नहीं लै सकते। एडमिशन फी ये मैं नहीं कहता, एक्ट कहता, रूलिंग कहती है। एडमिशन फी जे बच्चा एक स्कूल च लग्या एक बार वंस इन अ वाइल जे कोई लंदा है तो ਉਹਦੀ ਤੁਸੀਂ ਕੰਪਲੇਂਟ ਬਿਲਕੁਲ ਕਰ ਸਕਦੇ ਹੋ। ਆਨਲਾਈਨ ਐਜੂਕੇਸ਼ਨ ਦੇ ਬੇਸ ਤੇ ਸਿਰਫ ਇੱਕ ਇਹ ਟਾਰਗੇਟ ਕੀਤਾ ਜਾ ਰਿਹਾ ਵੀ ਕਿੱਦਾਂ ਪੈਸੇ ਕੱਢ ਲਏ ਜਾਣ। ਜਿਹੜੇ ਬੱਚੇ ਆਨਲਾਈਨ ਕਲਾਸਿਸ ਨਹੀਂ ਲੈ ਰਹੇ ਉਹਨਾਂ ਤੋਂ ਕੋਈ ਫੀਸ ਲੈਣੀ ਨਹੀਂ ਚਾਹੀਦੀ। ਜਿਨ੍ਹਾਂ ਨੂੰ ਬੈਠਣਾ ਤੱਕ ਨਹੀਂ ਆਉਂਦਾ ਉਹਨਾਂ ਤੋਂ ਕੋਈ ਫੀਸ ਲੈਣੀ ਨਹੀਂ ਬਣਦੀ। ਜਿੰਨੀ ਦੇਰ ਤੱਕ ਇਹ ਪ੍ਰਕਿਰਿਆ ਚੱਲੂਗੀ ਸਕੂਲ ਬੱਚੇ ਨੂੰ ਪੜ੍ਹਾਉਣ ਤੋਂ ਨਹੀਂ ਹਟਾਊਗਾ, ਉਹਦੇ ਬੱਚੇ ਦਾ ਨਾਂ ਨਹੀਂ ਕੱਟੇਗਾ। ਜਿਹੜੇ ਪੇਰੈਂਟਸ ਕੋਲ ਪੈਸੇ ਹੈ ਹੀ ਨਹੀਂ ਔਰ ਉਹ ਐਪਲੀਕੇਸ਼ਨ ਵੀ ਨਹੀਂ ਦੇਣਾ ਚਾਹੁੰਦੇ, 45 ਮਿੰਟ ਦੀ ਕਲਾਸ ਹੈ 40 ਮਿੰਟ ਦੀ, ਉਹਦੇ ਵਿੱਚ ਪੜ੍ਹਾਈ ਕਰਾਉਣਾ ਬੜਾ ਮੁਸ਼ਕਿਲ ਹੈ ਕਿਉਂਕਿ ਪਿੰਡਾਂ 'ਚ ਰਹਿਣ ਵਾਲੇ ਉੱਥੇ ਇੰਟਰਨੈਟ ਦੀ ਜਿਹੜੀ ਸੁਵਿਧਾ ਉਹ ਅੱਛੀ ਨਹੀਂ ਹੈ। ਜੇ ਹੁਣ ਵੀ ਕੋਈ ਐਪਲੀਕੇਸ਼ਨ ਸਕੂਲ ਨਹੀਂ ਲੈਂਦਾ ਤਾਂ ਉਹ ਐਪਲੀਕੇਸ਼ਨ ਉਹਨੂੰ ਰਜਿਸਟਰਡ ਪੋਸਟ ਭੇਜ ਦਿਓ ਨਾ। ਵੀ ਇਹ ਬੈਲੈਂਸ ਸ਼ੀਟ ਇਹਨਾਂ ਦੀ ਡਿਊਟੀ ਬਣਦੀ ਹੈ ਹਰ ਸਾਲ। ਅੱਜ ਨਹੀਂ ਸੁਣਵਾਈ, ਕਦੇ ਤਾਂ ਸੁਣਵਾਈ ਹੋ ਕੇ ਕੋਈ ਡਿਸੀਜਨ ਆਉਣਾ ਹੀ ਆਉਣਾ ਹੈ ਨਾ ਉਹਦੇ ਤੇ। ਉਹਨਾਂ ਦੀਆਂ ਅੱਖਾਂ ਤੇ ਵੀ ਅਸਰ ਹੈ, ਦਿਮਾਗ ਤੇ ਵੀ, ਤੇ ਸਰੀਰਕ ਤੌਰ ਤੇ ਵੀ ਡਿਵੈਲਪਮੈਂਟ ਤੇ ਇਹਦੀਆਂ ਰੇਡੀਏਸ਼ਨ ਦਾ ਅਸਰ ਹੈ। ਮੈਂ ਕਹਿੰਦਾ ਸੀ ਮੈਨੂੰ ਡਿਵੀਜ਼ਨ ਬੈਂਚ ਤੋਂ ਜਾਂ ਸਟੇ ਕਰ ਦਿਓ ਜਾਂ ਮੈਨੂੰ ਇਹ ਆਰਡਰ ਵੀ ਨਾ ਦਿਓ। ਬੱਚਿਆਂ ਦਾ ਤੇ ਟੀਚਰਸ ਦਾ ਕਿੱਡਾ ਅੱਛਾ ਰਿਲੇਸ਼ਨ ਸੀ। ਅੱਜ ਦੀ ਪ੍ਰੈਸ ਕਾਨਫਰੰਸ ਪੈਰੈਂਟਸ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫੀਸਾਂ ਸੰਬੰਧੀ ਚੱਲ ਰਹੇ ਕੇਸ ਬਾਰੇ ਅਤੇ ਸਕੂਲ ਵੱਲੋਂ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਫੀਸਾਂ ਸੰਬੰਧੀ ਐਪਲੀਕੇਸ਼ਨ ਨਾ ਲੈਣ ਬਾਰੇ ਪੈਰੈਂਟਸ ਦੇ ਵਕੀਲ ਚਰਨਪਾਲ ਸਿੰਘ ਬਾਗੜੀ ਕਾਨੂੰਨ ਪਹਿਲੂਆਂ ਬਾਰੇ ਜਾਣਕਾਰੀ ਦੇ ਰਹੇ ਹਨ। ਪੇਰੈਂਟਸ ਵੱਲੋਂ ਸਿਰਫ ਇੱਕੋ ਰਿਟ ਫਾਈਲ ਕੀਤੀ ਗਈ ਸੀ ਜੋ ਮੇਰੇ ਵੱਲੋਂ ਫਾਈਲ ਕੀਤੀ ਗਈ ਹੈ। ਉਸ ਵਿੱਚ ਜੋ ਮੰਗਿਆ ਗਿਆ ਸੀ ਜਿਹੜੇ ਬੱਚੇ ਆਨਲਾਈਨ ਕਲਾਸਿਸ ਨਹੀਂ ਲੈ ਰਹੇ ਉਹਨਾਂ ਤੋਂ ਕੋਈ ਫੀਸ ਲੈਣੀ ਨਹੀਂ ਚਾਹੀਦੀ। ਉਸ ਤੋਂ ਬਾਅਦ ਜਿਹੜੇ ਬੱਚੇ ਕਿੰਡਰਗਾਰਟਨ ਅਤੇ ਸੈਕੰਡ ਸਟੈਂਡਰਡ ਤੱਕ ਨੇ ਉਹਨਾਂ ਜਿਨ੍ਹਾਂ ਨੂੰ ਬੈਠਣਾ ਤੱਕ ਨਹੀਂ ਆਉਂਦਾ ਉਹਨਾਂ ਤੋਂ ਕੋਈ ਫੀਸ ਲੈਣੀ ਨਹੀਂ ਬਣਦੀ। ਬੱਚੇ ਦਾ ਨਾਂ ਨਾ ਕੱਟਿਆ ਜਾਵੇ। ਅਗਰ ਸਕੂਲ ਫਿਰ ਵੀ ਜਿਹੜੇ ਪੇਰੈਂਟਸ ਤੋਂ ਪੈਸਾ ਲੈਣਾ ਚਾਹੁੰਦੇ ਨੇ, ਜਿੰਨੀਆਂ ਕਲਾਸਿਸ ਦਿੰਦੇ ਨੇ, ਸਿਰਫ ਪ੍ਰਪੋਰਸ਼ਨੇਟ ਬੇਸ 'ਤੇ ਉਨਾ ਕੁ ਹੀ ਅਮਾਊਂਟ ਲਈ ਜਾਵੇ ਜਿੰਨਾ ਉਹਨਾਂ ਦਾ ਮਤਲਬ ਕੋਈ ਸੈਲਰੀ ਡਿਊਜ਼ ਬਣਦੀਆਂ ਨੇ। ਬਟ ਉਹ ਸਿੰਗਲ ਬੈਂਚ ਨੇ ਜਿਹੜਾ ਇੱਕ ਗੱਲ ਕਨਕਲੂਡ ਕਰਕੇ ਡਿਸਪੋਜ਼ ਆਫ ਕਰਤੀਆਂ, ਬਾਕੀ ਸਾਰਾ ਕੁਝ ਸਕੂਲਾਂ ਦੇ ਹੱਕ 'ਚ ਕੀਤਾ। ਉੱਥੇ ਇਹ ਕਹਿਤਾ ਵੀ ਪੇਰੈਂਟਸ ਸਕੂਲ ਨੂੰ ਐਪਲੀਕੇਸ਼ਨ ਦੇਣ, ਉਸ ਤੋਂ ਬਾਅਦ ਰੈਗੂਲੇਟਰੀ ਬਾਡੀ ਕੋਲ ਜਾ ਸਕਦੇ ਨੇ। ਬਟ ਇਹ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ, ਇਹਦੀ ਅਪੀਲ ਆਪਾਂ ਨੇ ਫਾਈਲ ਕੀਤੀ, ਅਪੀਲ ਦੇ ਵਿੱਚ ਸਟੇ ਮੰਗੀ। ਡਿਵੀਜ਼ਨ ਬੈਂਚ ਨੇ ਸਟੇ ਲਾਉਣ ਤੋਂ ਮਨਾ ਕੀਤਾ ਪਰ ਕੇਸ ਡਿਸਾਈਡ ਨਹੀਂ ਹੋਇਆ। ਕੇਸ 'ਚ ਨੋਟਿਸ ਹੋਇਆ। ਸਭ ਤੋਂ ਪਹਿਲਾਂ ਨੋਟਿਸ ਹੁੰਦਾ, ਜਦ ਸਭ ਤੋਂ ਪਹਿਲਾਂ ਕੇਸ ਲੱਗਦਾ ਉਹ ਨੋਟਿਸ ਹੋਇਆ ਅਪੀਲ ਦੇ ਵਿੱਚ। ਅਪੀਲ ਹਲੇ ਪੈਂਡਿੰਗ ਹੈ ਔਰ ਆਨਰੇਬਲ ਡਿਵੀਜ਼ਨ ਬੈਂਚ ਨੇ ਇਹ ਗੱਲ ਕਹਿਤੀ ਵੀ ਜੇ ਕੋਈ ਪੇਰੈਂਟਸ ਐਪਲੀਕੇਸ਼ਨ ਮੂਵ ਕਰਦਾ ਸਕੂਲ ਕੋਲੇ, ਸਕੂਲ ਉਹਨੂੰ ਰਿਜੈਕਟ ਕਰਦਾ, ਉਹ ਤੋਂ ਬਾਅਦ ਉਹ ਰੈਗੂਲੇਟਰੀ ਬਾਡੀ ਕੋਲੇ ਜਾ ਸਕਦਾ ਅੰਡਰ ਸੈਕਸ਼ਨ 7 ਆਫ ਦੀ ਐਕਟ ਆਫ 2016। ਜਿੰਨੀ ਦੇਰ ਤੱਕ ਇਹ ਪ੍ਰਕਿਰਿਆ ਚੱਲੂਗੀ ਸਕੂਲ ਬੱਚੇ ਨੂੰ ਪੜ੍ਹਾਉਣ ਤੋਂ ਨਹੀਂ ਹਟਾਊਗਾ, ਉਹਦੇ ਬੱਚੇ ਦਾ ਨਾਂ ਨਹੀਂ ਕੱਟੇਗਾ। ਬਟ ਕੁਐਸਚਨ ਇਹ ਹੈ ਕਿ ਅਸੀਂ ਜਿਹੜਾ ਸਾਡਾ ਗਰਜ ਸੀ, ਅਸੀਂ ਕਹਿੰਦੇ ਸੀ ਅਸੀਂ ਸਕੂਲ ਕੋਲੇ ਨਹੀਂ ਜਾਣਾ, ਇਸੇ ਕਰਕੇ ਅਪੀਲ 'ਚ ਗਏ ਸੀ ਅਸੀਂ। ਇਹਦੇ ਅਗੇਂਸਟ ਹੁਣ ਉਹੀ ਡਿਸਾਈਡ ਕੀਤਾ ਵੀ ਜਿਹੜਾ ਇੰਟਰਮ ਆਰਡਰ ਵੀ ਹੈ ਸੁਪਰੀਮ ਕੋਰਟ ਤੋਂ ਅਸੀਂ ਕੀ ਰਿਲੀਫ ਲੈ ਸਕਦੇ ਹਾਂ। ਜਦੋਂ ਵੀ ਉੱਥੋਂ ਲੱਗ ਕੇ ਕੋਈ ਆਊਗਾ ਉਹ ਕਲੀਅਰ ਕਰ ਦਾਂਗੇ। ਅਪਾਰਟ ਫਰੋਮ ਦੈਟ ਕਿ ਜਿਹੜੇ ਪੇਰੈਂਟਸ ਕੋਲ ਪੈਸੇ ਹੈ ਹੀ ਨਹੀਂ ਔਰ ਉਹ ਐਪਲੀਕੇਸ਼ਨ ਵੀ ਨਹੀਂ ਦੇਣਾ ਚਾਹੁੰਦੇ, ਸਕੂਲ 'ਚ ਨਹੀਂ ਪੜ੍ਹਾਉਣਾ ਚਾਹੁੰਦੇ, ਹੁਣ ਵੀ ਬੱਚਿਆਂ ਨੂੰ ਪੇਰੈਂਟਸ ਹੀ ਪੜ੍ਹਾ ਰਹੇ ਨੇ। ਆਨਲਾਈਨ ਜਿਹੜੀ 30 ਮਿੰਟ ਦੀ ਜਾਂ 45 ਮਿੰਟ ਦੀ ਕਲਾਸ ਹੈ 40 ਮਿੰਟ ਦੀ, ਉਹਦੇ ਵਿੱਚ ਪੜ੍ਹਾਈ ਕਰਾਉਣਾ ਬੜਾ ਮੁਸ਼ਕਿਲ ਹੈ ਕਿਉਂਕਿ ਪਿੰਡਾਂ 'ਚ ਰਹਿਣ ਵਾਲੇ ਉੱਥੇ ਇੰਟਰਨੈਟ ਦੀ ਜਿਹੜੀ ਸੁਵਿਧਾ ਉਹ ਅੱਛੀ ਨਹੀਂ ਹੈ ਔਰ ਜੋ ਪੜ੍ਹਾਈ ਦਾ ਸਾਧਨ ਹੈ ਇਹ ਬਰਡਨ ਹੈ ਪੇਰੈਂਟਸ ਦੇ ਉੱਤੇ। ਮਲਟੀ ਮੀਡੀਆ ਫੋਨ ਅਰੇਂਜ ਕਰਨੇ ਪੈ ਰਹੇ ਨੇ। ਜੇ 2 ਜਾਂ 3 ਬੱਚੇ ਨੇ ਕਿੰਨਾ ਮੁਸ਼ਕਿਲ ਆ ਉਹਦੇ ਲਈ। ਇੱਕ ਤਾਂ ਕੋਵਿਡ-19 ਕਰਕੇ ਬਿਜ਼ਨਸ ਠੱਪ ਹੋ ਗਏ, ਜੌਬਸ ਖਤਮ ਹੋ ਗਈਆਂ, ਜਿਹੜੀ ਬਿਜ਼ਨਸ ਦੀ ਇਨਕਮ ਸੀ ਉਹ ਵੀ ਬਿਲਕੁਲ ਨਾ ਮਾਤਰ ਰਹਿ ਗਈ ਹੈ। ਦੂਜੇ ਨੰਬਰ 'ਤੇ ਫਾਈਨੈਂਸ਼ੀਅਲ ਬਰਡਨ ਪੈ ਗਿਆ। ਉਸ ਤੋਂ ਬਾਅਦ ਇਹ ਗੈਜਟਸ ਦਾ ਬੱਚਿਆਂ ਦੀ ਸਿਹਤਾਂ 'ਤੇ ਕੀ ਅਸਰ ਆ ਉਹ ਕੋਈ ਨਹੀਂ ਸੋਚ ਰਿਹਾ ਇਹਦੇ ਬਾਰੇ ਕਿਉਂਕਿ ਜੇ ਕੋਈ ਗੈਜਟਸ ਆਪਾਂ ਯੂਜ਼ ਕਰਦੇ ਹਾਂ, ਇਹ ਮੈਂ ਨਹੀਂ ਕਹਿੰਦਾ, ਇਹ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਸਟੱਡੀ ਕਲੀਅਰ ਹੈ ਕਿ ਉਹਨਾਂ ਦਾ ਰੇਡੀਏਸ਼ਨ ਦਾ ਸਾਡੇ ਬੱਚਿਆਂ 'ਤੇ ਤਾਂ ਬਹੁਤ ਮਾੜਾ ਅਸਰ ਪੈਂਦਾ। ਸੋ ਕੁਐਸਚਨ ਇਹ ਹੈ ਕੋਵਿਡ-19 ਬੱਚਿਆਂ ਦੇ ਪੇਰੈਂਟਸ ਕਰਕੇ ਤੇ ਨਹੀਂ ਆਇਆ ਔਰ ਨਾ ਬੱਚਿਆਂ ਦੇ ਪੇਰੈਂਟਸ ਕੋਲ ਕੋਈ ਜਾਦੂ ਦੀ ਛੜੀ ਹੈ ਵੀ ਇਹਨਾਂ ਕੋਲ ਪੈਸੇ ਆਉਂਦੇ ਨੇ, ਹੋਰ ਕੋਲ ਨਹੀਂ ਆਉਂਦਾ। ਸੋ ਇਸ਼ੂ ਜਿਹੜਾ ਹੈ ਉਹ ਸਿਰਫ ਬੜਾ ਕਲੀਅਰ ਹੈ। ਜਿਹੜੇ ਬੱਚੇ ਆਨਲਾਈਨ ਐਜੂਕੇਸ਼ਨ ਲੈ ਰਹੇ ਨੇ, ਜੇ 6 ਦੇ ਵਿੱਚੋਂ 2 ਕਲਾਸਾਂ ਲੈ ਰਹੇ ਨੇ, ਬੱਚਿਆਂ ਦੇ ਪੇਰੈਂਟਸ ਦੇਣ ਲਈ ਤਿਆਰ ਹੈ ਪ੍ਰਪੋਰਸ਼ਨੇਟ ਅਮਾਊਂਟ।
ਹੁਣ ਕੋਰਟ ਨੇ ਜੇ ਸਾਡਾ ਡਿਵੀਜ਼ਨ ਬੈਂਚ ਨੇ ਵੀ ਜੋ ਆਰਡਰ ਬਣਦਾ ਸੀ ਸਟੇ ਦਾ ਨਹੀਂ ਕੀਤਾ, ਸੁਪਰੀਮ ਕੋਰਟ ਸਾਨੂੰ ਕੀ ਰਿਲੀਫ ਦਿੰਦੀ ਹੈ ਵੀ ਕਲੀਅਰ ਕੀਤਾ ਜਾਊਗਾ। ਐਪਲੀਕੇਸ਼ਨ ਕੁਝ ਦੱਸ ਰਹੇ ਸੀ ਮੈਨੂੰ ਪੇਰੈਂਟਸ ਹੁਣੇ ਬੈਠੇ ਹੋਏ ਨੂੰ ਕਿ ਉਹ ਸਕੂਲ ਵਾਲਿਆਂ ਨੇ ਐਪਲੀਕੇਸ਼ਨ ਲੈਣ ਤੋਂ ਹੀ ਮਨਾ ਕਰਤਾ। ਦੇਖੋ ਆਰਡਰ 'ਚ ਕਿਤੇ ਕੋਈ ਡੇਟ ਫਿਕਸ ਨਹੀਂ ਹੈ ਕਿ ਕਦੋਂ ਤੱਕ ਐਪਲੀਕੇਸ਼ਨ ਦੇਣੀ ਹੈ। 20/5 ਦਾ ਆਰਡਰ ਹੈ। ਅੱਧੇ ਪੇਰੈਂਟਸ ਨੂੰ ਪਤਾ ਹੀ ਨਹੀਂ ਆਉਂਦਾ, ਸਮਝ ਨਹੀਂ ਆਉਂਦੀ, ਕਿਉਂਕਿ ਐਡਾ ਜ਼ਿਆਦਾ ਕੋਈ ਮੈਕੈਨਿਜ਼ਮ ਨਹੀਂ ਹੈ ਵੀ ਇਕੱਲੇ ਪੇਰੈਂਟ ਕੋਲ ਆਰਡਰ ਚਲਾ ਗਿਆ। ਜੇ ਕਿਸੇ ਕੋਲ ਆਰਡਰ ਚਲਾ ਗਿਆ ਉਹਨੂੰ ਪੜ੍ਹ ਕੇ ਸਮਝ ਵੀ ਨਹੀਂ ਆਉਂਦਾ। ਸੋ ਜੇ ਹੁਣ ਵੀ ਕੋਈ ਐਪਲੀਕੇਸ਼ਨ ਸਕੂਲ ਨਹੀਂ ਲੈਂਦਾ ਤਾਂ ਉਹ ਐਪਲੀਕੇਸ਼ਨ ਉਹਨੂੰ ਰਜਿਸਟਰਡ ਪੋਸਟ ਭੇਜ ਦਿਓ ਨਾ, ਤੁਹਾਡੇ ਕੋਲ ਪ੍ਰੂਫ ਵੀ ਰਹੇਗਾ। ਜੇ ਉਹ ਐਪਲੀਕੇਸ਼ਨ ਡਿਸਮਿਸ ਕਰਦਾ ਤਾਂ ਰੈਗੂਲੇਟਰੀ ਬੋਡੀ ਕੋਲ ਵੀ ਜਾਵੇ ਅਗਰ ਜੈਨੂਅਨ ਕੰਸਰਨ 'ਚ ਜਾਣਾ ਚਾਹੁੰਦਾ ਹੈ। ਜਿਹੜੇ ਕੁਝ ਕੁ ਪੇਰੈਂਟਸ ਕਹਿੰਦੇ ਆ ਵੀ ਨਹੀਂ ਅਸੀਂ ਜਾਣਾ ਨਾ ਐਪਲੀਕੇਸ਼ਨ ਦੇਣੀ ਹੈ, ਉਹਦੇ ਵਾਸਤੇ ਸੁਪਰੀਮ ਕੋਰਟ ਦਾ ਕੀ ਆਰਡਰ ਆਉਂਦਾ ਹੈ ਉਹ ਹੋਪ ਹੈ। ਹੁਣ ਦੇਖਦੇ ਹਾਂ ਕੀ ਆਰਡਰ ਆਉਂਦਾ ਹੈ। ਬਿਲਕੁਲ ਨਹੀਂ ਬਣਾਉਣਾ ਚਾਹੀਦਾ। ਇਹ ਮੈਂ ਨਹੀਂ ਕਹਿੰਦਾ, ਇਹ ਸਾਡਾ ਲੈਜਿਸਲੇਚਰ ਨੇ ਕਿਹਾ, ਸਾਡਾ ਐਕਟ ਕਹਿੰਦਾ, ਸਾਡਾ ਸੰਵਿਧਾਨ ਕਹਿੰਦਾ। ਇਹ ਤਾਂ ਇੱਕ ਹੈ ਹੀ ਚੈਰੀਟੇਬਲ ਇੰਸਟੀਟਿਊਸ਼ਨ ਨੇ ਸਰ। ਹਰ ਲਾਈਨ ਇਹ ਐਫੀਡੈਵਿਟ ਜਦੋਂ ਐਫੀਲੀਏਸ਼ਨ ਲੈਂਦੇ ਨੇ ਐਨਓਸੀ ਮਿਲਦੀ ਹੈ ਇਹਨਾਂ ਨੂੰ, ਇਹਨਾਂ ਦੇ ਐਫੀਡੈਵਿਟ ਨੇ, ਪੜ੍ਹ ਲਓ ਤੁਸੀਂ ਕਢਾ ਕੇ। ਸੋ ਕੁਐਸਚਨ ਤੇ ਸਾਰਾ ਇਹੀ ਸੀ ਨਾ। ਅਸੀਂ ਤਾਂ ਇਹ ਵੀ ਮੰਗਿਆ ਸੀ ਵੀ ਇਹ ਬੈਲੈਂਸ ਸ਼ੀਟ ਇਹਨਾਂ ਦੀ ਡਿਊਟੀ ਬਣਦੀ ਹੈ ਹਰ ਸਾਲ ਇਹ ਦਿਖਾਣੀ ਡੀਈਓ ਨੂੰ, ਵੈਬਸਾਈਟ ਤੇ ਪਾ ਦੇਣ, ਕੋਰਟ ਨੂੰ ਦਿਖਾ ਦੇਣ। ਇਹਨਾਂ ਨੇ ਐਫੀਲੀਏਸ਼ਨ ਦਾ ਵੀ ਬਾਇਲਾਜ਼ ਵੀ ਚੱਕੇ ਹੋਏ ਨੇ, ਇਹ ਕਲੀਅਰ ਨੇ ਸਾਰੇ। ਐਕਟ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕਿਆ ਜਿੱਥੇ ਇਹਨਾਂ ਤੇ ਬਾਰ-ਬਾਰ ਇੱਕੋ ਗੱਲ ਕਹੀ ਗਈ ਹੈ ਕਿ ਇਹ ਕਮਰਸ਼ੀਅਲ ਕੋਈ ਬਿਜ਼ਨਸ ਨਹੀਂ, ਇਹ ਕਿਹੜਾ ਕੋਈ ਦੁਕਾਨ ਜਾਂ ਸ਼ਾਪ ਹੈ, ਇਹ ਤਾਂ ਚੈਰੀਟੇਬਲ ਇੰਸਟੀਟਿਊਸ਼ਨ ਹੈ। ਇਹਦਾ ਤਾਂ ਜੇ ਕੋਈ ਅਮਾਊਂਟ ਵੀ ਹੈ ਜਿਹੜੀ ਫੰਡ ਹੈ ਉਹ ਵੀ ਸੈਕਸ਼ਨ 9 ਦੇ ਵਿੱਚ ਰਿਜ਼ਰਵ ਕਰਨਾ ਹੁੰਦਾ, ਉਹ ਔਖੀ ਘੜੀ 'ਚ ਵਰਤਣੀ ਚਾਹੀਦੀ ਹੈ। ਉਹ ਵੀ ਮੈਂ ਮੰਗਿਆ ਹੋਇਆ ਪਟੀਸ਼ਨ 'ਚ ਵੀ ਉਹ ਯੂਜ਼ ਕਰ ਲਓ ਅਗਰ ਨਹੀਂ ਬਣਦੀ। ਔਰ ਪਟੀਸ਼ਨ 'ਚ ਤਾਂ ਬਹੁਤ ਕੁਝ ਮੰਗਿਆ ਵੀ ਜਿਹੜੇ ਲੋਕਾਂ ਨੇ ਡਰਾ ਧਮਕਾ ਕੇ ਬੱਚਿਆਂ ਦੇ ਪੇਰੈਂਟਸ ਤੋਂ ਪੈਸੇ ਲੈ ਲਏ ਨੇ ਉਹ ਵਾਪਸ ਵੀ ਕੀਤੇ ਜਾਣ। ਅੱਜ ਨਹੀਂ ਸੁਣਵਾਈ, ਕਦੇ ਤਾਂ ਸੁਣਵਾਈ ਹੋ ਕੇ ਕੋਈ ਡਿਸੀਜਨ ਆਣਾ ਹੀ ਆਣਾ ਨਾ ਉਹਦੇ ਤੇ। ਹਲੇ ਇੰਟਰਮ ਆਰਡਰ ਹੈ, ਇੰਟਰਮ ਆਰਡਰ ਦੇ ਵਿੱਚ ਇਹ ਇੰਨੀ ਕੁ ਰਿਲੀਫ ਹੈਗੀ ਆ ਵੀ ਜੇ ਕੋਈ ਮੂਵ ਕਰਦਾ ਐਪਲੀਕੇਸ਼ਨ ਤਾਂ ਉਹਦਾ ਨਾਂ ਨਾ। ਮੈਂ ਪਹਿਲਾਂ ਹੀ ਦੱਸ ਚੁੱਕਿਆ, ਮੈਂ ਤਾਂ ਪਹਿਲਾਂ ਮੰਗਿਆ ਵੀ ਹੈ ਇਹ ਕਿ ਪੇਰੈਂਟਸ ਇਹ ਜਦੋਂ ਅਸਲ 'ਚ ਜਿਹੜਾ ਜੇ ਕੁਐਸਚਨ ਤੁਸੀਂ ਪੁੱਛਿਆ ਨਾ, ਇਹ ਆਈ ਸਰਜਨ ਤੇ ਆਈ ਸਰਜਨ ਦਾ ਬੋਰਡ ਦੱਸ ਸਕਦਾ। ਕੋਰਟ ਦੇ ਵਿੱਚ ਅਗਰ ਕੋਈ ਵੀ ਕੇਸ ਹੁੰਦਾ ਹੈ, ਚਾਹੇ ਕੋਰਟ ਦੇ ਸਾਹਮਣੇ ਕਿਸੇ ਦੀ ਬਾਂਹ ਕੱਟੀ ਗਈ ਜਾਂ ਬਾਂਹ ਟੁੱਟ ਗਈ, ਉਨੀ ਦੇਰ ਨਾ ਤਾਂ ਪੁਲਿਸ FIR ਕਰ ਸਕਦੇ ਜਿੰਨੀ ਦੇਰ ਡਾਕਟਰ ਦਾ ਓਪੀਨੀਅਨ ਨਹੀਂ ਆਉਂਦਾ। ਇਸੇ ਤਰ੍ਹਾਂ ਬੱਚਿਆਂ ਦੇ ਉੱਤੇ ਗੈਜਟਸ ਦਾ ਕੀ ਅਸਰ ਪੈਂਦਾ, ਉਹ ਓਪੀਨੀਅਨ ਜਿਹੜਾ ਜਰਨਲ ਓਪੀਨੀਅਨ ਹੈ ਸਾਡੇ ਉਹ ਆਲ ਓਵਰ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦਾ, ਉਹ ਤਾਂ ਆਲਰੇਡੀ ਹੈ ਵੀ ਬੱਚਿਆਂ ਨੂੰ ਨਾ ਗੈਜਟਸ ਦੇਣੇ ਚਾਹੀਦੇ ਨੇ ਇੰਨੇ ਸਾਲ ਦੇ ਬੱਚਿਆਂ ਨੂੰ, ਨਾ ਤੁਸੀਂ ਕੋਈ ਹੋਰ ਕਿਸੇ ਕਿਸਮ ਦਾ ਮੈਕੈਨਿਜ਼ਮ ਹੈ। ਉਹਨਾਂ ਦੀਆਂ ਅੱਖਾਂ ਤੇ ਵੀ ਅਸਰ ਹੈ, ਦਿਮਾਗ ਤੇ ਵੀ, ਤੇ ਸਰੀਰਕ ਤੌਰ ਤੇ ਵੀ ਡਿਵੈਲਪਮੈਂਟ ਤੇ ਇਹਦੀਆਂ ਰੇਡੀਏਸ਼ਨ ਦਾ ਅਸਰ ਹੈ। ਬਟ ਅਨਫੋਰਚੂਨੇਟਲੀ ਕਿਸੇ ਨੂੰ ਕੋਈ ਮਤਲਬ ਨਹੀਂਗਾ। ਮੈਂ ਤਾਂ ਇਹ ਦੇਖ ਰਿਹਾ ਹਾਂ ਕਿ ਵੀ ਆਨਲਾਈਨ ਐਜੂਕੇਸ਼ਨ ਦੇ ਬੇਸ ਤੇ ਸਿਰਫ ਇੱਕ ਇਹ ਟਾਰਗੇਟ ਕੀਤਾ ਜਾ ਰਿਹਾ ਵੀ ਕਿੱਦਾਂ ਪੈਸੇ ਕੱਢ ਲਏ ਜਾਣ ਬੱਚਿਆਂ ਦੇ ਪੇਰੈਂਟਸ ਦੀ ਪਾਕਟ ਚੋਂ, ਜੋ ਕਿ ਸਾਈਕੀ ਗਲਤ ਹੋ ਚੁੱਕੀ ਹੈ। ਸਾਰੇ ਸਕੂਲ ਨਹੀਂ ਇੱਕੋ ਜਿਹੇ ਹੈ। ਮੈਕਸਿਮਮ ਜਿਹੜੇ ਪਹੁੰਚੇ ਨੇ ਮੋਹਾਲੀ ਟਰਾਈ ਸਿਟੀ ਦੇ ਸਕੂਲ ਨੇ ਕੁਝ, ਜਾਂ ਕਿਸੇ ਜਿਹੜੇ ਵੱਡੀ ਆਰਗੇਨਾਈਜੇਸ਼ਨ ਦੇ ਉਹ ਸਕੂਲ ਜਿਹੜੇ ਨੇ ਉਹ ਪਹੁੰਚੇ ਨੇ ਹਾਈ ਕੋਰਟ, ਜਿਹੜੇ ਜ਼ਿਆਦਾ ਫੀਸਾਂ ਵੀ ਜ਼ਿਆਦਾ ਜਿਨ੍ਹਾਂ ਦੀਆਂ। ਔਰ ਜਿੱਥੋਂ ਤੱਕ ਮੈਂ ਹੋਰ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹਾਂ, ਜਿੰਨੇ ਸਕੂਲ ਨੇ ਇਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ। ਪੇਰੈਂਟਸ ਦੀਆਂ ਆਰਗੇਨਾਈਜੇਸ਼ਨਾਂ ਡਿਵਾਈਡ ਹੋਈਆਂ ਨੇ। ਕੁਝ ਪੇਰੈਂਟਸ ਤੋਂ ਪਤਾ ਬਾਅਦ 'ਚ ਚੱਲਦਾ ਵੀ ਕੀ ਇਹ ਸਕੂਲਾਂ ਨਾਲ ਮਿਲੇ ਹੋਏ ਨੇ। ਬਹੁਤ ਕੁਝ ਹੋ ਰਿਹਾ ਜਿਹੜਾ ਕਿ ਕਲੀਅਰ ਕਰਨਾ ਵੀ ਮੁਸ਼ਕਿਲ ਹੈ ਤੁਹਾਡੇ ਸਾਹਮਣੇ। ਉਹ ਵੀ ਨਹੀਂ ਹੋਣਾ ਚਾਹੀਦਾ, ਸਗੋਂ ਯੂਨਾਈਟ ਹੋ ਕੇ ਹੀ ਵਰਕ ਹੋਣਾ ਚਾਹੀਦਾ। ਕਿਉਂਕਿ ਜੋ ਆਰਡਰ ਜਿਹੜਾ ਹੁਣ ਕੀਤਾ ਵੀ ਪੇਰੈਂਟਸ ਕੋਲ ਜਾਓ, ਮੈਂ ਇਹਨੂੰ ਅਪੋਜ਼ ਕਰ ਰਿਹਾ ਸੀ ਉਸ ਦਿਨ। ਮੈਂ ਕਹਿੰਦਾ ਸੀ ਮੈਨੂੰ ਡਿਵੀਜ਼ਨ ਬੈਂਚ ਤੋਂ ਜਾਂ ਸਟੇ ਕਰ ਦਿਓ ਜਾਂ ਮੈਨੂੰ ਇਹ ਆਰਡਰ ਵੀ ਨਾ ਦਿਓ, ਮੈਂ ਅੱਗੇ ਚਲਾ ਜਾਵਾਂਗਾ। ਪਰ ਕੁਝ ਕੁ ਪੇਰੈਂਟਸ ਜਿਨ੍ਹਾਂ ਨੇ ਐਪਲੀਕੇਸ਼ਨਾਂ ਹੀ ਫਾਈਲ ਕਰੀਆਂ ਹੋਈਆਂ ਸੀ, ਆਪਣੀ ਤਾਂ ਰਿਟ ਫਾਈਲ ਕੀਤੀ ਹੋਈ ਹੈ ਬੇਸਿਕਲੀ, ਜੋ ਸਿੰਗਲ ਬੈਂਚ ਦੇ ਅੱਗੇ ਨੇ, ਉਹ ਵੀ ਪੇਰੈਂਟਸ ਦੇ ਵਕੀਲ ਕਹਿੰਦੇ ਨਹੀਂ ਅਸੀਂ ਆਰਗਿਊ ਕਰਨਾ, ਅਸੀਂ ਰਿਲੀਫ ਹੈ। ਉੱਥੇ ਟਾਈ ਅਪ ਚਲੋ ਸਾਡਾ ਮੇਰਾ ਨਹੀਂ ਹੋ ਪਾਇਆ, ਉਹਨਾਂ ਦਾ ਆਪਣਾ ਰਾਈਟ ਹੈ। ਬਟ ਐਨੀ ਹਾਊ ਜੋ ਅੱਗੇ ਰੈਮਡੀ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਕਲੀਅਰ ਕਰ ਚੁੱਕਿਆ। ਜੋ ਅੱਗੇ ਐਸੋਸੀਏਸ਼ਨ ਬੈਠੀ ਹੈ, ਸਾਰੇ ਪੇਰੈਂਟਸ ਨੇ ਜਿਹੜੇ ਮੇਰੇ ਨਾਲ ਫਾਈਟ ਕਰ ਰਹੇ ਨੇ, ਉਸ ਅਕੋਰਡਿੰਗਲੀ ਦੇਖਦੇ ਹਾਂ ਕੀ ਅੱਗੇ ਰਿਲੀਫ ਆਉਂਦਾ ਹੈ, ਕੀ ਆਰਡਰ ਇਸ ਆਰਡਰ ਦੇ ਉੱਤੇ ਆਉਂਦਾ, ਉਹ ਵੀ ਨਾਲ ਦੀ ਨਾਲ ਕਲੀਅਰ ਕਰ ਦਿੱਤਾ ਜਾਊਗਾ। ਨਹੀਂ, ਪ੍ਰਾਈਵੇਟ ਇੰਸਟੀਟਿਊਸ਼ਨ ਅਪਾਰਟ ਫਰਮ ਸਕੂਲ। ਦੇਖੋ ਜਿਹੜਾ ਪ੍ਰਾਈਵੇਟ ਇੰਸਟੀਟਿਊਸ਼ਨ ਹੈ, ਮੈਂ ਕਰ ਰਿਹਾ ਸਕੂਲਾਂ ਦਾ ਮੈਟਰ। ਜਿਹੜੇ ਬੱਚੇ ਨੇ ਪ੍ਰਾਈਵੇਟ ਮੈਂ ਤੁਹਾਡਾ ਆਨਸਰ ਦਿੰਦਾ, ਪ੍ਰਾਈਵੇਟ ਇੰਸਟੀਟਿਊਸ਼ਨ ਕੋਚਿੰਗ ਕਲਾਸਿਸ ਹੋ ਸਕਦਾ ਜਾਂ ਕੋਈ ਹੋਰ ਕਲਾਸਿਸ ਹੋ ਸਕਦਾ। ਉੱਥੇ
ਉੱਥੇ ਨੇ ਜਿੱਥੇ ਬੱਚਿਆਂ ਦੇ ਪੇਰੈਂਟਸ ਕੋਲ ਆਪਸ਼ਨ ਹੈ। ਹੁਣ ਸਕੂਲਾਂ ਦਾ ਸਿਚੁਏਸ਼ਨ ਇਹ ਤੋਂ ਡਿਫਰੈਂਟ ਹੈ। ਸਕੂਲਾਂ 'ਚ ਤਾਂ ਬੱਚਿਆਂ ਦੇ ਪੇਰੈਂਟਸ ਲੋਕਡਾਊਨ ਤੋਂ ਪਹਿਲਾਂ ਦੇ ਚੱਲੇ ਆ ਰਹੇ ਨੇ ਬੱਚੇ। ਤੁਸੀਂ ਦੇਖੋ ਇਹ ਮੈਟਰ ਕਰਕੇ ਰਿਲੇਸ਼ਨ 'ਚ ਕਿੰਨਾ ਫਰਕ ਪੈ ਗਿਆ। ਬੱਚਿਆਂ ਦਾ ਤੇ ਟੀਚਰਸ ਦਾ ਕਿੱਡਾ ਅੱਛਾ ਰਿਲੇਸ਼ਨ ਸੀ, ਐਡਾ ਡਿਸਪਿਊਟ ਬਣਿਆ ਹੋਇਆ ਹੈ। ਉਹਦੇ ਜਿਹੜੇ ਮਤਲਬ ਸਾਡੇ ਫੰਡਾਮੈਂਟਲ ਸੀਗੇ ਉਹਨਾਂ ਦਾ ਕੋਈ ਵੈਲਿਊ ਤੇ ਵੈਲਿਡਿਟੀ ਨਹੀਂ ਰਹਿ ਰਹੀ, ਫਾਈਟ ਹੋ ਰਹੀ ਹੈ। ਸਕੂਲਾਂ ਨੂੰ ਤਾਂ ਸਗੋਂ ਮੈਨੇਜਮੈਂਟ ਨੂੰ ਤਾਂ ਇਹ ਵੀ ਹੁਣ ਵੀ ਰਿਕੁਐਸਟ ਹੈ ਵੀ ਮਤਲਬ ਐਟਲੀਸਟ ਜੋ ਜੈਨੂਅਨ ਪ੍ਰੋਬਲਮ ਹੈ ਆਪਣੇ ਆਪ ਅਨਾਉਂਸ ਕਰ ਦੇਣਾ ਚਾਹੀਦਾ ਸੀ ਕਿ ਵੀ ਅਸੀਂ ਸਿਰਫ ਸਾਡਾ ਇੰਨਾ ਖਰਚਾ ਪਰ ਹੈਡ ਬੱਚਾ 500 ਰੁਪਇਆ। ਜਾਂ ਇੱਥੋਂ ਤੱਕ ਮੈਂ ਲਾਸਟ ਆਰਗੂਮੈਂਟਸ ਦੇ ਦੌਰਾਨ ਇੱਕ ਜੋ ਪੰਜਾਬ ਗਵਰਨਮੈਂਟ ਦੀ ਪ੍ਰਾਈਵੇਟ ਹਸਪੀਟਲਸ ਦੇ ਲਈ ਇੱਕ ਸਕੀਮ ਆਈ ਸੀ ਉਹ ਵੀ ਦਿਖਾਇਆ ਸੀ ਵੀ ਤੁਸੀਂ ਪ੍ਰਾਈਵੇਟ ਹਸਪੀਟਲ ਨੂੰ ਕਹਿਤਾ ਕਿ ਅਗਰ ਫਿਰ ਕੋਈ ਤੁਹਾਡੇ ਐਡਮਿਸ਼ਨ ਹੁੰਦੀ ਹੈ ਤੁਸੀਂ 8000 ਜਾਂ 10000 ਰੁਪਏ ਇੱਕ ਦਿਨ ਦਾ, ਜ਼ਿਆਦਾ ਸੀਰੀਅਸ ਹੈ ਉਹਦੇ ਲਈ 15000 ਤੋਂ ਜ਼ਿਆਦਾ ਨਹੀਂ ਲੈਣਾ। ਤੁਸੀਂ ਸਕੂਲਾਂ ਲਈ ਕਰ ਦਿਓ, ਸਕੂਲਾਂ ਲਈ ਸਲੈਬ ਫਿਕਸ ਕਰ ਦਿਓ ਨਾ ਵੀ ਆਹ ਸਕੂਲ ਜਿਹੜੇ ਸ਼ਹਿਰਾਂ 'ਚ ਨੇ ਉਹ ਮਹੀਨੇ ਦਾ ਇੱਕ ਬੱਚੇ ਤੋਂ, ਇਹ ਕਲਾਸ ਵਾਲੇ ਬੱਚੇ ਤੋਂ 700 ਰੁਪਇਆ ਜਾਂ 500 ਲੈਣਗੇ, ਜਿਹੜੇ ਸੈਮੀ ਹੋਰ ਪਿੰਡਾਂ 'ਚ ਨੇ ਜਾਂ ਉਹ 200 ਜਾਂ 400 ਲੈਣਗੇ, ਉਹਦੇ ਨਾਲ ਘਰ ਪੂਰਾ ਹੁੰਦਾ। ਸੋ ਇਦਾਂ ਦਾ ਹੋਣਾ ਬਣਦਾ ਸੀ। ਸਰ ਇੱਕ ਮਾਮਲਾ ਹੋਰ ਹੈ ਜਿਵੇਂ ਕਿ ਹਰ ਸਾਲ ਸਕੂਲ ਜਿਹੜੇ ਨੇ ਉਹ ਹਰ ਸਾਲ ਬੱਚੇ ਦੀ ਐਡਮਿਸ਼ਨ ਫੀਸ ਲੈਂਦੇ ਨੇ ਜੀ, ਇਸ ਦੇ ਉੱਪਰ ਇਹ ਹਰ ਸਾਲ ਲੈ ਸਕਦੇ ਨੇ? ਬਿਲਕੁਲ ਨਹੀਂ ਲੈ ਸਕਦੇ ਐਡਮਿਸ਼ਨ ਫੀ। ਇਹ ਮੈਂ ਨਹੀਂ ਕਹਿੰਦਾ, ਇਹ ਐਕਟ ਕਹਿੰਦਾ, ਰੂਲਿੰਗ ਕਹਿੰਦੀ ਹੈ ਐਡਮਿਸ਼ਨ ਫੀ ਜੇ ਬੱਚਾ ਇੱਕ ਸਕੂਲ 'ਚ ਲੱਗਿਆ ਇੱਕ ਵਾਰ ਵਨਸ ਇਨ ਅ ਵਾਈਲ ਜੇ ਕੋਈ ਲੰਦਾ ਹੈ ਤਾਂ ਉਹਦੀ ਤੁਸੀਂ ਕੰਪਲੇਂਟ ਬਿਲਕੁਲ ਕਰ ਸਕਦੇ ਹੋ। ਐਫੀਲੀਏਸ਼ਨ ਵੀ ਕੈਂਸਲ ਹੋਣ ਦਾ ਪ੍ਰਾਵਧਾਨ ਹੈ। ਮੈਂ ਪਟੀਸ਼ਨ 'ਚ ਵੀ ਮੰਗਿਆ ਹੋਇਆ ਜਿਹੜੇ ਸਕੂਲਾਂ ਨੇ ਪੈਸੇ ਵਾਇਲੇਟ ਕਰਕੇ ਜਾਂ ਕੋਈ ਵਰਦੀ ਜਾਂ ਯੂਨੀਫਾਰਮ ਉਹ ਆਰਡਰਸ ਨੂੰ ਵਾਇਲੇਟ ਕਰਕੇ ਉਦੋਂ ਲਈ ਆ, ਡਰਾ ਧਮਕਾ ਕੇ ਬੱਚਿਆਂ ਦੇ ਪੇਰੈਂਟਸ ਤੋਂ, ਉਹਨਾਂ ਦੀ NOC ਐਫੀਲੀਏਸ਼ਨ ਵੀ ਕੈਂਸਲ ਕੀਤੀ ਜਾਵੇ। ਦੇਖਦੇ ਹਾਂ ਉਹਦੇ ਤੇ ਫਾਈਂਡਿੰਗ ਨਹੀਂ ਸਿੰਗਲ ਬੈਂਚ ਦੀ ਕੋਈ ਵੀ, ਇਸ ਕਰਕੇ ਅਪੀਲ 'ਚ ਅਸੀਂ ਇਹੀ ਤੇ ਪ੍ਰੋਬਲਮ ਹੈ ਨਾ। ਹੁਣ ਸਿਸਟਮੈਟਿਕਲੀ ਪਿੱਛੋਂ ਐਡੀ ਪ੍ਰੋਬਲਮ ਹੈ। 2013 ਦੀ ਜੱਜਮੈਂਟ ਤੋਂ ਬਾਅਦ ਜਸਟਿਸ ਅਮਰਦੱਤ ਕਮੇਟੀ ਬਣੀ ਸੀ, ਉਹਨਾਂ ਨੇ ਕਿੰਨੇ ਫਾਈਨ ਕੀਤੇ ਸੀ, ਕਿੰਨੇ ਸਕੂਲ ਡਿਫਾਲਟਰ ਸੀ, ਉਹਨਾਂ ਦੀਆਂ ਰੇਟਾਂ ਫਾਈਲ ਹੋ ਗਈਆਂ, ਉਹ ਪਈਆਂ ਐਡਮਿਟ। ਸਿਸਟਮੈਟਿਕ ਜਿਹੜਾ ਵਰਕ ਹੋਣਾ ਚਾਹੀਦਾ। ਦੇਖੋ ਅਸੀਂ ਪੇਰੈਂਟਸ ਵੀ ਹਾਂ, ਜਿਹੜੇ ਹੈ ਤਾਂ ਸਿਟੀਜ਼ਨ ਨੇ, ਉਹਨਾਂ ਦੇ ਅਧਿਕਾਰ ਵੀ ਨੇ, ਬਟ ਬਹੁਤ ਕੁਝ ਹੋਣਾ ਚਾਹੀਦਾ। ਲੂਪ ਹੋਲ ਕੀ ਨੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਇੰਨੀ ਗੱਲ ਕਰ ਸਕਦਾ ਲੀਗਲੀ ਅੱਗੇ ਰੈਮਡੀ ਕੀ ਹੈ, ਆਪਾਂ ਕੀ ਕਰ ਸਕਦੇ ਹਾਂ। ਪੇਰੈਂਟਸ ਲਈ ਲੱਗੇ ਹੋਏ ਆ ਫ੍ਰੀ ਆਫ ਕਾਸਟ ਔਰ ਕੰਟੀਨਿਊ ਰੱਖਾਂਗੇ ਆਪਾਂ। ਸਰਕਾਰਾਂ ਦਾ ਕੀ ਰੋਲ ਰਹਿੰਦਾ ਇਹਦੇ ਵਿੱਚ? ਨਹੀਂ, ਗਵਰਨਮੈਂਟ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਜਦੋਂ ਵੀ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਕੋਵਿਡ-19 ਦੀ, ਗਵਰਨਮੈਂਟ ਕੋਲੇ ਪਾਵਰ ਹੈ ਅੰਡਰ ਡਿਜ਼ਾਸਟਰ ਮੈਨੇਜਮੈਂਟ ਐਕਟ ਤੇ ਅੰਡਰ ਦੀ ਐਪੀਡੈਮਿਕ ਡਿਸੀਜ਼ ਐਕਟ। ਗਵਰਨਮੈਂਟ ਕੋਈ ਵੀ ਆਰਡਰ ਪਾਸ ਕਰ ਸਕਦੀ ਹੈ। ਉਹ ਗਵਰਨਮੈਂਟ ਤੋਂ ਹੀ ਅਸੀਂ ਮੰਗ ਰਹੇ ਹਾਂ, ਬਟ ਕੋਰਟ ਨੇ ਜਿਹੜਾ ਆਰਡਰ ਕੀਤਾ ਉਹ ਗਵਰਨਮੈਂਟ ਦਾ ਕੀਤਾ ਹੋਇਆ ਜਿਹੜਾ ਆਰਡਰ ਸੀ ਉਹ ਵੀ ਮੋਡੀਫਾਈ ਕਰਤਾ। ਆਪਾਂ ਤਾਂ ਉਹ ਵੀ ਨਹੀਂ ਸੀ ਦੇਣੀ ਚਾਹੁੰਦੇ। ਜਿਹੜੀ ਟਿਊਸ਼ਨ ਫੀ ਹੈ ਪੰਜਾਬ ਗਵਰਨਮੈਂਟ ਦਾ ਆਰਡਰ ਸੀ, ਕੋਰਟ ਨੇ ਤਾਂ ਉਹਨੂੰ ਵੀ ਮੋਡੀਫਾਈ ਕਰਕੇ ਕਹਿਤਾ ਵੀ ਇਹ ਫੀਸ ਵੀ ਲੈ ਸਕਦੇ ਆ, ਇਹ ਐਡਮਿਸ਼ਨ ਫੀਸ ਵੀ ਲੈ ਸਕਦੇ ਨੇ ਸਕੂਲ ਜਿਨ੍ਹਾਂ 'ਚ ਨਵੀਆਂ ਐਡਮਿਸ਼ਨਾਂ ਹੋਈਆਂ ਨੇ। ਉਸ ਤੋਂ ਬਾਅਦ ਆਪਣੇ ਕੋਈ ਚਾਰਜਸ ਨੇ ਜਿਹੜੇ ਐਨੂਅਲ ਚਾਰਜਸ ਦੇ ਵਿੱਚ ਜੈਨੂਅਨਲੀ ਆਪੇ ਕੈਲਕੂਲੇਟ ਕਰਨ, ਜਿਹਨੇ ਬਣਦੇ ਉਹ ਲੈ ਲੈਣ। ਜੈਨੂਅਨ ਤਾਂ ਸਕੂਲ ਵਾਲੇ ਸਾਰੇ ਪੇਰੈਂਟਸ ਅਲੈਜ ਕਰ ਰਹੇ ਆ, ਉਹ ਪ੍ਰੂਫ ਵੀ ਹੈ ਵੀ ਇਹ ਜੈਨੂਅਨ ਨਹੀਂ ਹੈ। ਅਗਰ ਇਹ ਜੈਨੂਅਨ ਹੁੰਦੇ ਅਮਰਦੱਤ ਕਮੇਟੀ ਦੀ ਰਿਪੋਰਟ ਦੇ ਵਿੱਚ ਇਹ ਡਿਫਾਲਟਰ ਕਿਉਂ ਹੁੰਦੇ? ਜੈਨੂਅਨ ਦਾ ਤਾਂ ਕੰਸੈਪਟ ਹੀ ਖਤਮ ਹੋ ਗਿਆ ਨਾ। ਆਪੇ ਕੈਲਕੂਲੇਟ ਕਰਨ, ਕਿੰਨਾ ਕੈਲਕੂਲੇਟ ਕਰਨ। ਇਹਨਾਂ ਨੂੰ ਉਹੀ ਗੱਲ ਕਹੀ ਸੀ ਜਦੋਂ ਮੀਡੀਏਸ਼ਨ ਦੇ ਟਾਈਮ, ਤੁਹਾਡਾ ਖਰਚਾ ਕਿੰਨਾ ਹੈ, ਤੁਹਾਡੇ ਕਿੰਨੇ ਐਕਸਪੈਂਡੀਚਰ ਨੇ, ਉਹ ਤੁਸੀਂ ਆਨਲਾਈਨ ਦੱਸੋ ਕੱਲਾ ਸਕੂਲ। ਉਸ ਅਕੋਰਡਿੰਗਲੀ ਬੱਚੇ ਜਿਹੜੇ ਆਨਲਾਈਨ ਐਜੂਕੇਸ਼ਨ ਲੈਣੇ ਉਹ ਬਾਈਫਰਕੇਟ ਕਰ ਲੈਣ। ਉਹ 'ਚ ਦੇਖੋ ਮੈਂ ਪਹਿਲਾਂ ਮੈਂ ਨਹੀਂ ਕਹਿੰਦਾ ਕਿਹੜੇ ਸਕੂਲ ਦੇ ਵਿੱਚ ਕਿਹੜੀਆਂ ਸਰਕਾਰਾਂ ਦੇ ਟਰਸਟੀ ਮੈਂਬਰ ਨੇ, ਕਿਉਂਕਿ ਮੇਰੇ ਕੋਲ ਨਾ ਕੋਈ ਡਾਟਾ ਨਾ ਇਨਫੋਰਮੇਸ਼ਨ ਹੈ। ਬਟ ਜਿੱਥੋਂ ਤੱਕ ਪ੍ਰੈਕਟੀਕਲੀ ਆਪਾਂ ਦੇਖੀਏ, ਕਿਉਂਕਿ ਇਹ ਕੋਵਿਡ-19 ਦੀ ਸਿਚੁਏਸ਼ਨ ਤਾਂ ਹੁਣ ਆਈ ਹੈ, ਇਸ ਤੋਂ ਪਹਿਲਾਂ ਵੀ ਜੋ ਚੱਲ ਰਿਹਾ ਸਿਸਟਮ, ਗਵਰਨਮੈਂਟ ਕੋਈ ਵੀ ਐਫੀਲੀਏਸ਼ਨ ਕਿਹਨੇ ਦੇਣੀ ਹੈ? ਤੁਸੀਂ ਇੱਕ ਕਲੋਨੀ ਦੇ ਵਿੱਚ ਕੋਈ ਸਕੂਲ ਜਿੱਥੇ ਤੁਸੀਂ 100 ਗਜ ਦਾ ਪਲਾਟ ਨਹੀਂ ਲੈ ਸਕਦੇ, ਉੱਥੇ 2 ਕਿੱਲੇ 3 ਕਿੱਲੇ 4 ਕਿੱਲੇ ਸਕੂਲਾਂ ਲਈ ਰਿਜ਼ਰਵ ਕੀਤੇ ਜਾਂਦੇ ਆ, ਜਿੱਥੇ ਹਸਪੀਟਲ ਲਈ। ਕਿਉਂ? ਕਿਉਂਕਿ ਇਹ ਪਬਲਿਕ ਪਰਪਸ ਹੈ, ਚੈਰੀਟੇਬਲ ਇੰਸਟੀਟਿਊਸ਼ਨ ਨੇ। ਬਟ ਇਹ ਤਾਂ ਆਪਣਾ ਇੱਕ ਤਰ੍ਹਾਂ ਦਾ ਉਹ ਬਣਾ ਕੇ ਬਹਿ ਗਏ ਨੇ ਬਿਜ਼ਨਸ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ। ਸੋ ਕੁਐਸਚਨ ਇਹ ਸੀ, ਇਹ ਮੈਂ ਨਹੀਂ, ਇਹ ਰਿਕਾਰਡ ਬੋਲਦਾ। ਪੰਜਾਬ ਗਵਰਨਮੈਂਟ ਨੇ ਵੀ ਲਾਇਆ ਉਹ ਰਿਕਾਰਡ,
ਸਾਡੇ ਕੋਲ ਵੀ ਰਿਕਾਰਡ ਹੈ, ਮੈਂ ਵੀ ਉਹ ਅਲੈਜ ਕੀਤਾ ਮੋਹਾਲੀ ਦੇ ਸਕੂਲ ਦਾ, ਜਿੱਥੇ 2000 ਬੱਚਾ ਔਰ ਉੱਥੇ 5700 ਰੁਪਏ ਤੋਂ ਲੈ ਕੇ 6000 ਰੁਪਇਆ ਸਿਰਫ ਟਿਊਸ਼ਨ ਫੀ ਬਣਦੀ ਹੈ, ਜਿਹੜੀ ਉਹਨਾਂ ਨੇ ਟਿਊਸ਼ਨ ਫੀ ਚਾਰਜ ਕਰਦੇ ਆ ਅਮਲਗਾਮੇਟਡ ਚਾਰਜਸ ਤੋਂ ਬਿਨਾਂ। 1 ਕਰੋੜ ਤੋਂ ਉੱਤੇ ਬਣਦਾ ਮਹੀਨੇ ਦਾ ਟਿਊਸ਼ਨ ਫੀ ਦਾ। ਸੈਲਰੀ ਕਿੰਨੀ ਕੁ ਬਣਦੀ ਹੈ? 20 ਤੋਂ 25, ਜੋ ਅਸੀਂ ਕਹਿੰਦੇ ਸੀ ਵੀ ਲੈ ਕੇ ਆਓ, ਹੋ ਸਕਦਾ ਉਹ ਤੋਂ ਵੀ ਘੱਟ ਬਣਦੀ ਹੋਵੇ। ਬਿਊਰੋ ਰਿਪੋਰਟ PB ਲਾਈਵ।